ਸਤਿ ਸ਼੍ਰੀ ਅਕਾਲ ਜੀ। ਮੈਂ ਕੁਲਵਿੰਦਰ ਸਿੰਘ ਛਲੇੜੀ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਲੁਕਵਾਂ ਸੱਚ। ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਪੰਜਾਬ ਅਤੇ ਭਾਰਤ ਦੀ ਸਿਆਸਤ ਦੇ ਨਾਲ ਜੁੜੀਆਂ ਅਹਿਮ ਖਬਰਾਂ ਦੇ ਉੱਤੇ ਚਰਚਾ ਕਰਾਂਗੇ, ਜਿਸ ਦੇ ਵਿੱਚ ਪਹਿਲੀ ਖਬਰ ਜਿਹੜੀ ਆ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਜੁੜੀ ਹੋਈ ਆ, ਜਿਸ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਵਿਤਕਰਾ ਹੋ ਰਿਹਾ ਉਸ ਦੇ ਉੱਤੇ ਗੱਲਬਾਤ ਕਰਾਂਗੇ। ਤੇ ਨਾਲ ਹੀ ਦੂਜੀ ਖਬਰ ਫੌਜਾ ਸਿੰਘ ਸਰਾਰੀ ਦੇ ਨਾਲ ਜੁੜੀ ਹੋਈ ਆ। ਫੌਜਾ ਸਿੰਘ ਸਰਾਰੀ ਜਿਨ੍ਹਾਂ ਦੇ ਵੱਲੋਂ ਅਸਤੀਫਾ ਜਿਹੜਾ ਕੈਬਨਿਟ ਦੇ ਵਿੱਚੋਂ ਦੇ ਦਿੱਤਾ ਗਿਆ ਸੀ ਜਾਂ ਲੈ ਲਿੱਤਾ ਗਿਆ ਸੀ, ਤੇ ਉਹਨਾਂ ਦੀ ਕਿਹਾ ਜਾ ਰਿਹਾ ਕਿ ਮੁੜ ਚਰਚਾ ਚੱਲੀ ਹੈ ਕਿ ਉਹ 3 ਮਹੀਨੇ ਬਾਅਦ ਜਿਹੜੇ ਆ ਉਹ ਕੈਬਨਿਟ ਦੇ ਵਿੱਚ ਦੁਬਾਰਾ ਆਉਣਗੇ। ਉਹਨਾਂ ਦੀ ਜਿਹੜੀ ਇੱਛਾ ਜਿਹੜੀ ਆ ਉਹ ਜ਼ਾਹਿਰ ਕੀਤੀ ਹੈ, ਕਿਵੇਂ ਤੇ ਕਿੱਥੇ ਕੀਤੀ ਹੈ ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਤੇ ਨਾਲ ਹੀ ਜਿਹੜਾ ਪੰਜਾਬ ਜਿਹੜਾ ਧਰਨਿਆਂ ਦਾ ਗੜ੍ਹ ਬਣਿਆ ਹੋਇਆ ਉਹਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਪਿੱਛੇ ਜਿਹੇ ਜਿਹੜੇ PCS ਅਫਸਰ ਹੋਣ, IAS ਅਫਸਰ ਹੋਣ, ਉਹਨਾਂ ਦੇ ਵੱਲੋਂ ਜਿਹੜੀ ਘੁਰਕੀ ਜਿਹੜੀ ਆ CM ਦੇ ਵੱਲੋਂ ਉਹਨਾਂ ਨੂੰ ਮਾਰੀ ਗਈ ਤੇ ਹੜਤਾਲ ਖਤਮ ਕਰਾ ਲਈ ਗਈ, ਤੇ ਹੁਣ ਇਹ ਘੁਰਕੀ ਇੱਕ ਹੋਰ ਆਈ ਹੈ ਤੇ ਉਹ ਕਿਹਨਾਂ ਨੂੰ ਆਈ ਹੈ ਤੇ ਕਿਸਨੇ ਮਾਰੀ ਹੈ ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਸਾਰੀਆਂ ਖਬਰਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਵਾਗਤ ਕਰਦੇ ਹਾਂ ਅਣਖੀ ਸਾਹਿਬ। ਬਹੁਤ ਬਹੁਤ ਸ਼ੁਕਰੀਆ ਕੁਲਵਿੰਦਰ। ਅਣਖੀ ਸਾਹਿਬ, ਪਹਿਲੀ ਖਬਰ ਜਿਹੜੀ ਹੈ ਜੀ ਆਪਾਂ ਉਹਦੇ ਤੇ ਜਿਹੜੀ ਚਰਚਾ ਕਰਦੇ ਹਾਂ ਉਹ ਭਾਰਤਮਾਲਾ ਪ੍ਰੋਜੈਕਟ ਦੇ ਨਾਲ ਜੁੜੀ ਹੋਈ ਹੈ ਜੀ। ਭਾਰਤਮਾਲਾ ਪ੍ਰੋਜੈਕਟ ਕਹਿੰਦੇ ਵੀ ਇੱਕ ਰਿੰਗ ਰੋਡ ਜਿਹੜਾ ਬਣਨਾ ਹੈ ਉਹ ਕਈ ਸੂਬਿਆਂ ਦੇ ਵਿੱਚੋਂ ਲੰਘਣਾ ਹੈ, ਤੇ ਉਹਦੇ ਨਾਲ ਹੀ ਜੁੜੀ ਹੋਈ ਖਬਰ ਇਹ ਆ ਕਿ 1 ਫੁੱਟ ਦੀ ਦੂਰੀ ਦੇ ਉੱਤੇ ਇੱਕ ਜ਼ਮੀਨ ਹੈ, ਇੱਕ ਜਿਹੜੀ ਹਰਿਆਣੇ ਦੇ ਵਿੱਚ ਆਉਂਦੀ ਹੈ, ਇੱਕ ਪੰਜਾਬ ਦੇ ਵਿੱਚ ਆਉਂਦੀ ਆ। ਜਿਹੜੀ ਹਰਿਆਣੇ ਵਾਲੀ ਜ਼ਮੀਨ ਆ ਉਹਦੀ ਕੀਮਤ ਜਿਹੜੀ ਆ ਉਹ ਦੱਸਿਆ ਜਾ ਰਿਹਾ ਕਿ 1 ਕਰੋੜ 50 ਲੱਖ ਤੋਂ 60 ਲੱਖ ਦੇ ਵਿੱਚ ਹੈ, ਤੇ ਜਿਹੜੇ ਪੰਜਾਬ ਦੇ ਵਿੱਚ ਜ਼ਮੀਨ ਆਉਂਦੀ ਹੈ ਤੇ ਉਹਦੀ ਜਿਹੜੀ ਕੀਮਤ ਦੱਸੀ ਜਾ ਰਹੀ ਹੈ 58 ਲੱਖ ਰੁਪਈਆ ਸਿਰਫ, ਜਾਂ 50 ਲੱਖ ਤੋਂ 60 ਲੱਖ ਦੇ ਵਿੱਚ। ਤੇ ਐਡਾ ਵੱਡਾ ਫਰਕ ਅਣਖੀ ਸਾਹਿਬ ਉਹ ਕਿਵੇਂ ਦੇਖਦੇ ਹੋ ਜੀ? ਕਿਵੇਂ ਹੋ ਸਕਦਾ ਐਡਾ ਵੱਡਾ ਫਰਕ ਜਿਹੜਾ ਹੈ? ਕੁਲਵਿੰਦਰ, ਇਹ ਤੁਸੀਂ ਇਹੋ ਗੱਲ ਕਹਿ ਸਕਦੇ ਕਿ ਪੰਜਾਬ ਦੇ ਕਿਸਾਨਾਂ ਦੀ ਤਰਾਸਦੀ ਇਹ ਹੈ ਜਾਂ ਪੰਜਾਬ ਦੇ ਕਿਸਾਨਾਂ ਦਾ ਸੰਤਾਪ ਇਹ ਆ ਕਿ ਕਦੇ ਤੇ ਕੇਂਦਰ ਸਰਕਾਰ ਵੱਲੋਂ ਠੱਗੇ ਜਾਂਦੇ ਆ ਜੀ, ਤੇ ਕਦੇ ਆਪਣੀ ਹੀ ਪੰਜਾਬ ਸਰਕਾਰ ਵੱਲੋਂ। ਬੇਸ਼ੱਕ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈਗਾ, ਖੇਤੀ ਪ੍ਰਧਾਨ ਸੂਬੇ ਹੋਣ ਦੇ ਕਰਕੇ ਪੰਜਾਬ ਦੀ ਸਮੁੱਚੀ ਆਰਥਿਕਤਾ ਦੀ ਜਿਹੜੀ ਰੀੜ੍ਹ ਦੀ ਹੱਡੀ ਆ ਉਹ ਕਿਸਾਨ ਨਹੀਂ, ਪਰ ਕਿਸਾਨਾਂ ਨਾਲ ਸਮੇਂ-ਸਮੇਂ ਤੇ ਜਿਸ ਤਰੀਕੇ ਨਾਲ ਵਿਤਕਰਾ ਹੁੰਦਾ ਜਾਂ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਆਪਣੇ ਹੱਕਾਂ ਦੀ ਲੜਾਈ ਵਾਸਤੇ ਧਰਨੇ ਮੋਰਚੇ ਲਾਉਂਦੇ ਨੇ ਤੇ ਹਰ ਫਰੰਟ ਤੇ ਉਹ ਆਣ ਕੇ ਆਪਣੀ ਦੁਹਾਈ ਪਾਉਂਦੇ ਨੇ, ਤਾਂ ਫਿਰ ਇਹ ਜਿਹੜੀ ਚੀਜ਼ ਨਜ਼ਰ ਆ ਰਹੀ ਆ, ਫਿਰ ਕਿਸੇ ਸੂਰਤ ਉਸ ਸੂਰਤ ਵਿੱਚ ਜਾਂ ਉਸ ਸੰਦਰਭ 'ਚ ਕਿਸਾਨਾਂ ਦਾ ਉਹ ਧਰਨੇ ਬਿਲਕੁਲ ਵਾਜਬ ਲੱਗਦੇ ਨੇ ਕਿ ਜਿੱਥੇ ਕੇਂਦਰ ਸਰਕਾਰ ਉਹਨਾਂ ਨਾਲ ਵਿਤਕਰਾ ਕਰ ਰਿਹਾ, ਦੂਜੇ ਪਾਸੇ ਹੁਣ ਪੰਜਾਬ ਸਰਕਾਰ ਵਿਤਕਰਾ ਕਰਨ ਲੱਗ ਪਈ ਆ। ਬੜਾ ਵੱਡਾ ਮਹੱਤਵਪੂਰਨ ਪ੍ਰਸ਼ਨ ਤੁਸੀਂ ਇਹ ਜਿਹੜਾ ਇੱਕ ਅਸੀਂ ਕਹਿ ਸਕਦੇ ਕਿ ਤੱਥ ਜਿਹੜੇ ਸਾਹਮਣੇ ਆਏ ਆ, ਕਿਉਂਕਿ ਭਾਰਤਮਾਲਾ ਪ੍ਰੋਜੈਕਟ ਜਿਹੜਾ ਕੇਂਦਰ ਸਰਕਾਰ ਦਾ ਪ੍ਰੋਜੈਕਟ ਆ ਜਿਹੜਾ ਕਟੜੇ ਤੱਕ ਜਾਣਾ ਹੈਗਾ, ਤਾਂ ਉਹ ਜਿਹੜਾ ਪ੍ਰੋਜੈਕਟ ਹਰਿਆਣੇ ਦੇ ਵਿੱਚ ਉਹ ਰਿੰਗ ਰੋਡ ਬਣਨੀ ਆ। ਰਿੰਗ ਰੋਡ 40 ਕਿਲੋਮੀਟਰ ਦੇ ਨਾਲ ਸੰਬੰਧਿਤ ਆ ਤੇ ਅੰਬਾਲੇ ਤੋਂ ਸ਼ੁਰੂ ਹੋ ਕੇ ਉਹ ਡੇਰਾ ਬੱਸੀ ਜਾਂ ਉਹਨਾਂ ਹਲਕਿਆਂ ਦੇ ਵਿੱਚੋਂ ਦੀ ਉਹ ਰਿੰਗ ਰੋਡ ਜਿਹੜਾ ਨਿਕਲਣਾ ਹੈਗਾ। ਤੇ ਜਿੱਥੇ ਨੇ ਅੰਬਾਲੇ ਜ਼ਿਲ੍ਹੇ ਦੇ ਕੁਝ ਪਿੰਡ ਜਿਹੜੇ ਨੇ ਉਸ ਰਿੰਗ ਰੋਡ ਦੇ ਵਿੱਚ ਆ ਰਹੇ ਆ, ਉੱਥੇ ਨਾਲ ਹੀ ਡੇਰਾ ਬੱਸੀ ਦੇ ਇਲਾਕਿਆਂ ਦੇ ਕੁਝ ਪਿੰਡਾਂ ਦੀ ਜ਼ਮੀਨ ਵੀ ਜਿਹੜੀ ਆ ਭਾਰਤਮਾਲਾ ਪ੍ਰੋਜੈਕਟ ਦੇ ਉਸ ਪ੍ਰੋਗਰਾਮ ਦੇ ਤਹਿਤ ਜਿਹੜੀ ਆ ਉਹ ਅਖਵਾਇਰ ਹੋ ਰਹੀ ਹੈ, ਕੇਂਦਰ ਸਰਕਾਰ ਨੇ ਅਖਵਾਇਰ ਕਰਦੀ। ਹੁਣ ਬੜੀ ਹੈਰਾਨਗੀ ਦੀ ਗੱਲ ਹੈ ਕਿ ਕੇਵਲ ਹਰਿਆਣੇ ਔਰ ਪੰਜਾਬ ਦੇ ਵਿੱਚ ਜਿਹੜੀ ਜ਼ਮੀਨ ਜਿਹੜੀ ਆ ਰਹੀ ਆ ਉਹਨਾਂ ਦੇ ਵਿਚਾਰ ਕੇਵਲ 1 ਫੁੱਟ ਦਾ ਫਰਕ ਹੈਗਾ। ਜਿਹੜੀ ਹਰਿਆਣੇ ਦੀ ਜ਼ਮੀਨ ਆ ਉੱਥੇ ਉਹਦਾ ਕਿੱਲੇ ਦੀ ਜਿਹੜੀ ਕੀਮਤ ਆ 1 ਲੱਖ, ਜਿਸ ਤਰ੍ਹਾਂ ਤੁਸੀਂ ਬਿਆਨ ਕੀਤਾ ਕਿ 1.5 ਕਰੋੜ ਤੋਂ ਲੈ ਕੇ 1 ਕਰੋੜ 60 ਲੱਖ ਦੇ ਦਰਮਿਆਨ ਜਿਹੜੀ ਚੱਲਦੀ ਪਈ ਆ, ਤੇ 1 ਫੁੱਟ ਤੋਂ ਦੂਜੇ ਪਾਸੇ ਜਦੋਂ ਪੰਜਾਬ ਦਾ ਹੀ ਹੱਦ ਜਾਂ ਪੰਜਾਬ ਦੀ ਜ਼ਮੀਨ ਸ਼ੁਰੂ ਹੁੰਦੀ ਆ ਉੱਥੇ ਕਿੱਲੇ ਦੀ ਕੀਮਤ ਜਿਹੜੀ ਆ 58 ਲੱਖ ਰੁਪਈਆ ਹੈਗਾ, ਹਾਲਾਂਕਿ 1 ਫੁੱਟ ਦਾ ਫਰਕ ਹੈਗਾ। ਹੁਣ ਇਹ ਜਿਹੜੀ ਪੈਸੇ ਜਿਹੜੇ ਦੇਣੇ ਨੇ ਇਹ ਕੇਂਦਰ ਸਰਕਾਰ ਦੇ ਦੇਣੇ ਆ, ਕੇਂਦਰ ਸਰਕਾਰ ਦੇ, ਕਿਉਂਕਿ ਭਾਰਤਮਾਲਾ ਪ੍ਰੋਜੈਕਟ ਕੇਂਦਰ ਸਰਕਾਰ ਦਾ, ਪਰ ਇਸ ਦੇ ਵਿੱਚ ਹੁਣ ਪੰਜਾਬ ਸਰਕਾਰ ਜੇਕਰ ਆਪਣੇ ਹੀ ਕਿਸਾਨਾਂ ਦੇ ਨਾਲ ਅਜਿਹਾ ਵਿਤਕਰਾ ਕਰ ਰਹੀ ਆ, ਇਸ ਪਿੱਛੇ ਪਤਾ ਨਹੀਂ ਕੀ ਕਾਰਨ ਆ। ਕਿਉਂਕਿ ਹਰਿਆਣੇ ਦੇ ਕਿਸਾਨਾਂ ਨੂੰ ਫਿਰ ਜਾਂ ਤਾਂ ਫਿਰ BJP ਦੀ ਕੇਂਦਰ ਦੇ ਵਿੱਚ ਸਰਕਾਰ ਹੋਣ ਕਰਕੇ ਉੱਥੇ ਰੇਟ ਜ਼ਿਆਦਾ ਦਿੱਤਾ ਜਾ ਰਿਹਾ। ਇਹ ਵੀ ਤਰਕ ਆਮ ਆਦਮੀ ਪਾਰਟੀ ਦੇ ਸਕਦੀ ਕਿ ਵੇਖੋ ਜੀ ਸਾਨੂੰ ਕੀਮਤ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਹੋਣ ਕਰਕੇ ਕੇਂਦਰ ਸਰਕਾਰ ਦੀ ਕੀਮਤ ਕਿਸਾਨਾਂ ਦੀ ਇਹ ਨਿਰਧਾਰਿਤ ਕੀਤੀ, ਇਹ ਤਰਕ ਦਿੱਤਾ ਜਾ ਸਕਦਾ, ਪਰ ਇਹ ਤਰਕ ਕੋਈ ਇੰਨਾ ਵਜ਼ਨਦਾਰ ਹੈ ਨਹੀਂ। ਵਜ਼ਨਦਾਰ ਤਾਂ ਨਹੀਂ ਕਿਉਂਕਿ ਇਹ ਸਾਰੀ ਸਮੁੱਚੀ ਪ੍ਰਕਿਰਿਆ ਕੇਂਦਰ ਸਰਕਾਰ ਦੇ ਇੱਕ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਚੱਲਣੀ ਹੈਗੀ ਆ। ਇਹਦੇ ਵਿੱਚ ਕਿਸੇ ਦਾ ਰਾਸੀ ਕੱਢਣੀ ਜਾਂ ਨਾ ਕੱਢਣਾ ਕੋਈ ਮੁੱਦਾ ਨਹੀਂ ਹੈਗਾ। ਤਾਂ ਸ਼ਾਇਦ ਇਸੇ ਹੀ ਕਾਰਨ ਹੁਣ ਉਸ ਇਲਾਕੇ ਦੇ ਜਿਹੜੇ ਕਿਸਾਨ ਨੇ ਉਹ ਹੁਣ ਧਰਨੇ ਤੇ ਬੈਠ ਗਏ ਆ ਕਿ ਹਾਂ ਭਈ 1 ਫੁੱਟ ਦੀ ਜ਼ਮੀਨ ਕਰਕੇ ਜੇਕਰ ਘੱਟ ਤੋਂ ਘੱਟ 92 ਲੱਖ ਰੁਪਏ ਦਾ ਅੰਤਰ ਜਿਹੜਾ ਆ ਰਿਹਾ ਉਹ ਅੰਤਰ ਕਿਵੇਂ ਦੂਰ ਹੋਵੇਗਾ।
ਇਸ ਅੰਤਰ ਨੂੰ ਚਲੋ ਕੋਈ 1 ਲੱਖ ਦਾ ਅੰਤਰ ਹੋਵੇ, 2 ਲੱਖ ਦਾ ਹੋਵੇ, 5 ਦਾ ਹੋਵੇ, 10 ਦਾ ਵੀ ਹੋਵੇ, ਕਿਸਾਨ ਸ਼ਾਇਦ ਉਸ ਗੱਲ ਨੂੰ ਚੱਲ ਜਾਣਗੇ। ਪਰ ਜਿੱਥੇ 92 ਲੱਖ ਰੁਪਏ ਦਾ ਅੰਤਰ ਹੋਵੇ ਉਸੇ 1 ਫੁੱਟ ਦੀ ਜ਼ਮੀਨ ਦੇ ਕਰਕੇ, ਇੱਕ ਪਾਸੇ ਕਿੱਲੇ ਦੀ ਕੀਮਤ 1.5 ਕਰੋੜ, ਦੂਜੇ ਪਾਸੇ 58 ਲੱਖ, ਤੇ ਕੁਦਰਤੀ ਤੌਰ ਤੇ ਫਿਰ ਕਿਸਾਨ ਤਾਂ ਫਰੰਟ ਤੇ ਆਉਣਗੇ ਹੀ। ਕਿਸਾਨਾਂ ਨੇ ਤਾਂ ਫਿਰ ਆਪਣੇ ਹੱਕਾਂ ਜਾਂ ਹਿੱਤਾਂ ਦੀ ਜਿਹੜੀ ਲੜਾਈ ਆ ਉਹ ਤਾਂ ਲੜਨੀ ਆ। ਹੁਣ ਇਹ ਵੇਖਣਾ ਹੋਵੇਗਾ ਕਿ ਉਸ ਸੰਦਰਭ ਦੇ ਵਿੱਚ ਕਿਸਾਨ ਕਿੱਥੋਂ ਤੱਕ ਸਫਲ ਹੁੰਦੇ ਆ ਜਾਂ ਕਿੱਥੋਂ ਤੱਕ ਅਸਫਲ ਹੁੰਦੇ ਆ। ਜਿਹੜੀ ਸਰਕਾਰ ਆ ਕੀ ਉਹਨਾਂ ਅੱਗੇ ਝੁਕਦੀ ਆ ਤੇ ਜਾਂ ਕਿਸਾਨ ਫਿਰ ਧਰਨਿਆਂ ਵਾਸਤੇ ਮਜਬੂਰ ਹੋਣਗੇ। ਇਹ ਸੁਖਵਿੰਦਰ ਜੀ ਬੀਤੇ ਕੁਲਵਿੰਦਰ ਤੁਸੀਂ ਹਿਸਾਬ ਲਾ ਲਓ ਕਿ ਬੀਤੇ 2.5-3 ਸਾਲਾਂ ਤੋਂ ਕਿਸਾਨਾਂ ਨਾਲ ਇਹੋ ਕੁਝ ਹੋ ਰਿਹਾ। ਪਹਿਲਾਂ ਦਿੱਲੀ ਦੇ ਬਰੂਹਾਂ ਤੇ ਉਹਨਾਂ ਨੇ ਜੰਗ ਲੜੀ 3 ਕਾਲੇ ਕਾਨੂੰਨਾਂ ਦੇ ਵਿਰੁੱਧ। ਉਹ ਕਾਲੇ ਕਾਨੂੰਨ ਜਿਹੜੇ ਵਾਪਸ ਕਰਵਾਏ ਮੋਦੀ ਸਰਕਾਰ ਨੇ ਵਾਪਸ ਲਏ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਮੁਹਿੰਮ ਜਿਹੜੀ ਸ਼ੁਰੂ ਹੋ ਗਈ। ਹੁਣ ਇਹ ਨਵਾਂ ਇੱਕ ਵਾਦ ਵਿਵਾਦ ਸ਼ੁਰੂ ਹੋ ਰਿਹਾ। ਔਰ ਇਹ ਵੀ ਤੁਹਾਨੂੰ ਦੱਸਾਂ ਕਿ ਕੁਝ ਏਰੀਆ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਇਹ ਜਿਹੜਾ ਬਣ ਰਿਹਾ, ਕੁਝ ਕਿਸਾਨਾਂ ਨੇ ਇਹ ਵੀ ਉਹਨਾਂ ਨੇ ਕਿਹਾ ਸੀ ਕਿ ਜ਼ਮੀਨਾਂ ਅਸੀਂ ਨਹੀਂ ਦੇਣੀਆਂ ਕਿਉਂਕਿ ਕੀਮਤ ਜਿਹੜੀ ਆ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਆਪਣੀ ਮਰਜ਼ੀ ਨਾਲ ਆ ਰਹੀ ਆ। ਪਰ ਹੁਣ ਜੇ ਕੋਈ ਜੋ ਤੱਥ ਸਾਹਮਣੇ ਆਏ ਨੇ, ਕੁਦਰਤੀ ਤੌਰ ਤੇ ਇਹਦੇ ਨਾਲ ਇਹ ਗੱਲ ਸਪਸ਼ਟ ਹੋ ਜਾਂਦੀ ਆ ਕਿ ਆਉਂਦਿਆਂ ਦਿਨਾਂ ਦੇ ਵਿੱਚ ਸ਼ਾਇਦ ਕਿਸਾਨਾਂ ਦੀ ਧਰਨੀ ਜਾਂ ਕਿਸਾਨ ਜਥੇਬੰਦੀਆਂ ਇੱਕ ਹੋਰ ਧਰਨਾ ਪੰਜਾਬ ਦੇ ਵਿੱਚ ਲਾਉਣ ਤਾਂ ਜੋ ਉਸ ਇਲਾਕੇ ਦੇ ਕਿਸਾਨ ਜਿਹੜੇ ਆ ਆਪਣੀਆਂ ਜ਼ਮੀਨਾਂ ਦਾ ਵਾਜਬ ਮੁੱਲ ਲੈ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ। ਬਾਕੀ ਇਹ ਅੰਤਰ ਥੋੜਾ ਨਹੀਂ ਆ, ਇਹ ਜੇ ਇੰਨਾ ਅੰਤਰ ਹੈਗਾ ਤਾਂ ਇਸ ਦੀ ਜਾਂਚ ਵੀ ਜਿਹੜੀ ਆ ਜ਼ਰੂਰ ਹੋਣੀ ਚਾਹੀਦੀ ਆ ਕਿ ਇਹ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੇ ਪੱਧਰ ਤੇ ਕੀਤਾ ਜਾਂ ਇਸ ਦੇ ਪਿੱਛੇ ਹੋਰ ਕੀ ਕਰਦੇ, ਇਸ ਦਾ ਵੀ ਪਤਾ ਜਿਹੜਾ ਆ ਉਹ ਜ਼ਰੂਰ ਲੱਗਣਾ ਚਾਹੀਦਾ। ਜੀ ਬਿਲਕੁਲ ਅਣਖੇ ਸਾਹਿਬ, ਗੱਲ ਤੁਹਾਡੀ ਠੀਕ ਹੈ ਕਿ ਅੰਤਰ ਜਿਹੜਾ ਉਹ 92 ਲੱਖ ਦਾ ਤੇ ਫਸਲਾਂ ਦੇ ਵਿੱਚ ਜਿਹੜੀ ਜ਼ਮੀਨ ਦੇ ਵਿੱਚ ਦੂਰੀ ਉਹ ਸਿਰਫ ਇੱਕ ਵੱਟ ਦੀ, ਜੇ ਵੱਟ ਕਹਿ ਲਈਏ ਤਾਂ ਸਿਰਫ ਮੇਰੇ ਖਿਆਲ ਦੇ 1 ਫੁੱਟ ਦੀ ਤਾਂ ਵੱਟ ਹੀ ਪੈ ਜਾਂਦੀ ਹੈ ਵਿੱਚ, 1 ਵੱਟ ਦੀ ਦੂਰੀ ਆ। ਜ਼ਮੀਨ ਵੀ ਉਹੋ ਜਿਹੀ ਆ, ਫਸਲਾਂ ਵੀ ਉਹੋ ਜਿਹੀਆਂ ਨੇ, ਪਰ ਰੇਟ ਦਾ ਅੰਤਰ ਕਹਿੰਦੇ 92 ਲੱਖ ਆ। ਤੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਹੋ ਸਕਦਾ ਕਿ ਹੋਰ ਵੀ ਜਿਹੜੇ ਆ ਇਸ ਤਰ੍ਹਾਂ ਦੇ ਜਿਹੜੇ ਵੱਡੇ ਧਰਨੇ ਆ, ਸੰਘਰਸ਼ ਜਿਹੜੇ ਆ ਪੰਜਾਬ ਦੇ ਕਿਸਾਨਾਂ ਨੂੰ ਇਸ ਮਾਮਲੇ ਦੇ ਤਹਿਤ ਜਿਹੜੇ ਆ ਉਹ ਲੜਨੇ ਪੈ ਸਕਣ। ਪਰ ਨਾਲ ਹੀ ਜਿਹੜਾ ਅਗਲੀ ਖਬਰ ਜਿਹੜੀ ਆ ਅਣਖੀ ਸਾਹਿਬ, ਅਗਲੀ ਖਬਰ ਇਹ ਹੈ ਕਿ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਜਿਹੜੇ ਆ ਉਹਨਾਂ ਦੇ ਵੱਲੋਂ ਅਸਤੀਫਾ ਜਿਹੜਾ ਉਹ ਦਿੱਤਾ ਗਿਆ ਸੀ। ਅਸਤੀਫਾ ਇਹ ਗੱਲ ਕਹਿ ਕੇ ਦਿੱਤਾ ਗਿਆ ਸੀ ਕਿ ਮੇਰੇ ਕੋਲ ਜਿਹੜੇ ਜ਼ਰੂਰੀ ਕੰਮ ਨੇ ਮੈਂ ਉਹਨਾਂ ਦੇ ਕਾਰਨ ਮਤਲਬ ਆਪਣੇ ਨਿੱਜੀ ਕਾਰਨਾਂ ਨੂੰ ਦੱਸਿਆ ਸੀ। ਤੇ ਪਰ ਚਰਚਾਵਾਂ ਜਿਹੜੀਆਂ ਪਹਿਲਾਂ ਸੀ ਉਹ ਇਹ ਸੀ ਕਿ ਵੀ ਉਹ ਜਿਹੜੀ ਆਡੀਓ ਲੀਕ ਹੋਈ ਸੀਗੀ ਫੌਜਾ ਸਿੰਘ ਸਰਾਰੀ ਹੋਣਾ ਦੀ, ਤੇ ਪਰ ਹੁਣ ਉਹਨਾਂ ਦੇ ਮੋਬਾਈਲ ਤੋਂ ਇੱਕ WhatsApp ਸਟੇਟਸ ਪਿਆ ਜੀ, ਜਿਹੜਾ WhatsApp ਸਟੇਟਸ ਜਿਹੜਾ ਜਿਸ ਤੋਂ ਬਾਅਦ ਇੱਕ ਨਵੀਂ ਚਰਚਾ ਛਿੜ ਗਈ। WhatsApp ਸਟੇਟਸ ਦੇ ਵਿੱਚ ਲਿਖਿਆ ਹੈ ਕਹਿੰਦੇ ਕਿ ਵੀ 3 ਮਹੀਨੇ ਬਾਅਦ ਸਰ ਆਪਾਂ ਇੱਦਾਂ ਹੀ ਜਿਹੜੇ ਸਾਈਨ ਕਰਨੇ ਆ। ਹੁਣ WhatsApp ਸਟੇਟਸ ਤੋਂ ਬਾਅਦ ਜਿਹੜੀ ਚਰਚਾ ਛਿੜੀ ਹੈ ਕਿ ਮੁੜ 3 ਮਹੀਨੇ ਬਾਅਦ ਜਿਹੜੇ ਆ ਫੌਜਾ ਸਿੰਘ ਸਰਾਰੀ ਕੀ ਦੁਬਾਰਾ ਜਿਹੜੇ ਆ ਉਹ ਮੰਤਰੀ ਬਣਨਗੇ, ਕਿਵੇਂ ਦੇਖਦੇ ਹੋ ਇਹਨੂੰ? ਆਪਣੇ ਕੁਲਵਿੰਦਰ ਫੌਜਾ ਸਿੰਘ ਸਰਾਰੀ ਜਦੋਂ ਦੇ ਮੰਤਰੀ ਬਣੇ ਨੇ ਉਦੋਂ ਤੋਂ ਵਾਦ ਵਿਵਾਦਾਂ ਦਾ ਉਹ ਵਿਸ਼ਾ ਰਿਹਾ ਜੀ। ਇਹ ਬੰਦੇ ਨੇ ਮੰਤਰੀ ਬਣੇ, ਉਸ ਤੋਂ ਮਗਰੋਂ ਉਹਨਾਂ ਦਾ ਇੱਕ ਆਡੀਓ ਲੀਕ ਹੁੰਦਾ ਤੇ ਸਰਕਾਰ ਉੱਤੇ ਵਿਰੋਧੀ ਪਾਰਟੀਆਂ ਜਾਂ ਵਿਰੋਧੀ ਤਰ੍ਹਾਂ ਇਹ ਦਬਾਅ ਪਾਉਂਦੀਆਂ ਕਿ ਫੌਜਾ ਸਿੰਘ ਸਰਾਰੀ ਨੂੰ ਮੰਤਰੀ ਮੰਡਲ ਚੋਂ ਬਰਖਾਸਤ ਕੀਤਾ ਜਾਵੇ, ਮੰਤਰੀ ਮੰਡਲ ਚੋਂ ਬਾਹਰ ਕੀਤਾ ਜਾਵੇ। ਵਿਧਾਨ ਸਭਾ ਦਾ ਇੱਕ ਸੈਸ਼ਨ ਪੂਰਾ ਇਸ ਮੁੱਦੇ ਤੇ ਵਿਰੋਧੀ ਧਿਰ ਨੇ ਲਾਲਾ ਕਰਕੇ ਬੇੜਾ ਗਰਕ ਕਰਤਾ, ਇੱਕ ਸੈਸ਼ਨ ਪੂਰਾ ਕਰਤਾ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫੌਜਾ ਸਿੰਘ ਸਰਾਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਹਾਲਾਂਕਿ ਸੂਤਰਾਂ ਤੋਂ ਜਾਂ ਮੀਡੀਆ ਰਿਪੋਰਟਾਂ ਤੋਂ ਇਹ ਪਤਾ ਲੱਗਦਾ ਰਿਹਾ ਕਿ ਫੌਜਾ ਸਿੰਘ ਸਰਾਰੀ ਦੇ ਖਿਲਾਫ ਜਿਹੜੀ ਜਾਂਚ ਆ ਉਹ ਚੱਲਦੀ ਪਈ ਆ, ਬਹੁਤ ਕੁਝ ਹੋ ਰਿਹਾ। ਸ਼ਾਇਦ ਗੁਜਰਾਤ ਚੋਣਾਂ ਤੋਂ ਬਾਅਦ ਇੰਨੇ ਤੋਂ ਬਾਅਦ ਇਹ ਹੋ ਜੇ ਪਰ ਉਹੋ ਜਿਹਾ ਕੁਝ ਨਹੀਂ ਹੋਇਆ ਕਿਉਂਕਿ ਭਗਵੰਤ ਮਾਨ ਸ਼ਾਇਦ ਜਾਂ ਅਰਵਿੰਦ ਕੇਜਰੀਵਾਲ ਇਸ ਮੁੱਦੇ ਨੂੰ ਇਸ ਤਰੀਕੇ ਨਾਲ ਠੰਡੇ ਬਸਤੇ ਵਿੱਚ ਪਾ ਕੇ ਮੂਡ ਦੇ ਵਿੱਚ ਸਨ। ਪਰ ਗੁਜਰਾਤ ਚੋਣਾਂ ਤੋਂ ਬਾਅਦ ਜਿਸ ਤਰੀਕੇ ਨਾਲ ਕਰਾਰੀ ਹਾਰ ਉੱਥੋਂ ਹੋਈ ਔਰ ਹਿਮਾਚਲ 'ਚ ਪੱਤਾ ਸਾਫ਼ ਹੋ ਗਿਆ ਆਮ ਆਦਮੀ ਪਾਰਟੀ ਦਾ, ਤਾਂ ਉਸ ਤੋਂ ਮਗਰੋਂ ਉਹਨਾਂ ਨੇ ਕਾਰਵਾਈ ਨਹੀਂ ਕੀਤੀ। ਮਤਲਬ ਇਹ ਅਸਤੀਫਾ ਜਿਹੜਾ ਇੱਕ ਕਿਸਮ ਦਾ ਲੈ ਲਿਆ ਗਿਆ। ਹੁਣ ਜੇਕਰ ਇਹ ਅਸਤੀਫਾ ਚੋਣਾਂ ਤੋਂ ਪਹਿਲਾਂ ਲਿਆ ਹੁੰਦਾ ਤਾਂ ਸ਼ਾਇਦ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਕੁਝ ਹੋਰ ਹੁੰਦੀ। ਪਰ ਖੈਰ ਸਰਕਾਰ ਇਹ ਸੰਦੇਸ਼ ਦੇਣਾ ਚਾਹੁੰਦੀ ਸੀ ਕਿ ਉਹ ਵਿਰੋਧੀ ਧਿਰਾਂ ਦੇ ਅੱਗੇ ਕਦੇ ਸੂਰਤ ਵਿੱਚ ਝੁਕਣ ਨੂੰ ਤਿਆਰ ਨਹੀਂ ਆ, ਇਸ ਕਰਕੇ ਉਹਨਾਂ ਨੇ ਬਾਅਦ ਦੇ ਵਿੱਚ ਜਿਹੜਾ ਅਸਤੀਫਾ ਉਹਨਾਂ ਨੇ ਲੈ ਲਿਆ। ਤੇ ਜਦੋਂ ਅਸਤੀਫਾ ਦਿੱਤਾ ਫੌਜਾ ਸਿੰਘ ਸਰਾਰੀ ਨੇ, ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਆਪਣੇ ਨਿੱਜੀ ਕੰਮਾਂ ਕਰਕੇ ਅਸਤੀਫਾ ਦੇ ਰਿਹਾ। ਅੱਜ ਤੱਕ ਨਿੱਜੀ ਕੰਮਾਂ ਕਰਕੇ ਕਿਸੇ ਨੇ ਦਿੱਤਾ ਤਾਂ ਹੈ ਨਹੀਂ, ਬੜੀ ਸੋਹਣੀ ਤੁਸੀਂ ਗੱਲ ਕੀਤੀ, ਪਰ ਚਲੋ ਉਹਨਾਂ ਨੇ ਦੇ ਦਿੱਤਾ। ਹੁਣ ਫੌਜਾ ਸਿੰਘ ਸਰਾਰੀ ਫਿਰ ਚਰਚਾਵਾਂ 'ਚ ਨੇ।
ਚਰਚਾਵਾਂ 'ਚ ਇਸ ਕਰਕੇ ਕਿ ਜਿਸ ਤਰੀਕੇ ਨਾਲ ਪਤਾ ਲੱਗਾ ਕਿ ਉਹ ਕਹਿੰਦੇ 3 ਮਹੀਨਿਆਂ ਬਾਅਦ ਆਪਾਂ ਇਸੇ ਤਰੀਕੇ ਨਾਲ ਸਾਈਨ ਕਰਦੇ ਆ, ਆਪਾਂ ਇਸੇ ਤਰੀਕੇ ਨਾਲ ਮੰਤਰੀ ਮੰਡਲ 'ਚ ਗੱਲ ਤਾਂ ਨਹੀਂ ਕੀਤੀ, ਪਰ ਉਹਨਾਂ ਨੇ ਇਹ ਗੱਲ ਕਹੀ ਕਿ ਆਪਾਂ ਉਸੇ ਤਰੀਕੇ ਨਾਲ ਸਾਈਨ ਕਰਦੇ ਜਿਸ ਤਰ੍ਹਾਂ ਪਹਿਲਾਂ ਇਸ ਕੁਰਸੀ ਤੇ ਬੈਠੇ ਆ। ਤਸਵੀਰ ਜਿਹੜੀ ਹੈ ਸਾਹਿਬ ਉਹ ਨਾਲ ਸ਼ੇਅਰ ਕੀਤੀ ਗਈ ਹੈ ਜਦੋਂ ਮੰਤਰੀ ਬਣ ਲੱਗਿਆ, ਸਾਈਨ ਜਿਹੜੇ ਆ ਉਹ ਕੀਤੇ ਗਏ ਸੀ ਜਿਹੜੇ, ਉਹ ਉਸ ਤਰ੍ਹਾਂ ਦੀ ਤਸਵੀਰ ਵੀ ਜਿਹੜੀ ਆ ਉਹ ਨਾਲ ਸ਼ੇਅਰ ਕੀਤੀ ਗਈ ਹੈ ਜੀ ਉਸ ਸਟੇਟਸ ਦੇ ਵਿੱਚ। ਬਿਲਕੁਲ, ਤਾਂ ਜੇਕਰ ਹੁਣ ਇਹੋ ਜਿਹਾ ਜੇਕਰ ਚੀਜ਼ ਜਿਹੜੀ ਸਾਹਮਣੇ ਆ ਰਹੀ ਆ ਤਾਂ ਫਿਰ ਕੁਲਵਿੰਦਰ ਜੀ ਅਸੀਂ ਕਹਿ ਸਕਦੇ ਕਿ ਆਉਂਦਿਆਂ ਦਿਨਾਂ 'ਚ ਆਮ ਆਦਮੀ ਪਾਰਟੀ ਦੇ ਅੰਦਰ ਸਭ ਕੁਝ ਅੱਛਾ ਨਹੀਂ ਹੋ ਸਕਦਾ, ਨਹੀਂ ਹੋਣ ਵਾਲਾ, ਕਿਉਂਕਿ ਇੱਕ ਪਾਸੇ ਤਾਂ ਭਗਵੰਤ ਸਿੰਘ ਮਾਨ ਨੇ ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਔਰ ਜੋ ਬੈਂਸ ਨੂੰ ਠਿੱਬੀ ਲਾਈ ਆ, ਉਹਦੇ ਕੋਲ ਮਹਿਕਮਾ ਲਾ ਕੇ ਦੂਜਿਆਂ ਨੂੰ ਦੇ ਦਿੱਤਾ, ਤੇ ਫੌਜਾ ਸਿੰਘ ਸਰਾਰੀ ਦੀ ਵੀ ਬਰਖਾਸਤ ਜਾਂ ਅਸਤੀਫਾ ਲੈ ਲਿਆ, ਵੀ ਜੇਕਰ 3 ਮਹੀਨਿਆਂ ਬਾਅਦ ਉਹ ਦੁਬਾਰਾ ਸਰਕਾਰ ਦੇ ਵਿੱਚ ਸ਼ਾਮਲ ਹੁੰਦੇ ਨੇ, ਹਾਲਾਂਕਿ ਸੰਭਾਵਨਾ ਇਹੋ ਜਿਹੀਆਂ ਲੱਗਦੀਆਂ ਨਹੀਂ ਆ ਕਿਉਂਕਿ ਸਰਕਾਰ ਦੀ ਇਸ ਮੁੱਦੇ ਤੇ ਹੇਠੀ ਜਿਹੜੀ ਪਹਿਲਾਂ ਹੀ ਬੜੀ ਹੋ ਚੁੱਕੀ ਆ, ਤਾਂ ਜੇਕਰ 3 ਮਹੀਨਿਆਂ ਤੋਂ ਬਾਅਦ ਸਰਕਾਰ ਫਿਰ ਉਹਨਾਂ ਨੂੰ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਲ ਕਰਦੀ ਆ ਤਾਂ ਆਮ ਆਦਮੀ ਪਾਰਟੀ ਕੋਲ ਫਿਰ ਸ਼ਾਇਦ ਮੂਵ ਹੋਣ ਜੋਗੀ ਗੱਲ ਨਹੀਂ ਕਿ 3 ਮਹੀਨਿਆਂ ਦੇ ਵਿੱਚ ਕਿਹੜਾ ਉਹਨੂੰ ਇਦਾਂ ਦਾ ਜੰਤਰ ਘੋਲ ਕੇ ਪਿਆ ਦਿੱਤਾ ਗਿਆ ਕਿ ਉਹਦੇ ਉੱਤੇ ਕਰਪਸ਼ਨ ਦੇ ਜਿਹੜੇ ਦਾਗ ਨੇ ਜਾਂ ਭ੍ਰਿਸ਼ਟਾਚਾਰ ਜਿਹੜਾ ਉਹਨੇ ਕਰਨਾ ਸੀ ਸਾਰਾ ਕੁਝ ਮੁਕਤ ਹੋ ਗਿਆ, ਜਾਂ ਉਹਦੇ ਨਿੱਜੀ ਕੰਮ ਜਿਨ੍ਹਾਂ ਕਰਕੇ ਅਸਤੀਫਾ ਦਿੱਤਾ ਉਹ 3 ਮਹੀਨਿਆਂ 'ਚ ਖਤਮ ਹੋ ਗਏ ਤੇ ਉਹ ਦੁਬਾਰਾ ਉਸਦੇ ਆਣ ਕੇ ਉਹਨੂੰ ਜ਼ਿੰਮੇਵਾਰੀ ਦੇ ਦਿੱਤੀ ਗਈ ਆ। ਇਹ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਲੱਗਦੀਆਂ ਨਹੀਂ ਆ। ਖੈਰ, ਪਰ ਇਹ ਇੱਕ ਖਬਰ ਜਿਹੜੀ ਜ਼ਰੂਰ ਹੈਗੀ ਹੈ, ਚਰਚਾਵਾਂ ਦਾ ਵਿਸ਼ਾ ਜ਼ਰੂਰ ਆ, ਤਾਂ ਮੀਡੀਆ ਹਾਊਸਸ ਨੇ ਤਾਂ ਖਬਰ ਫੈਲਾਉਣੀ ਹੁੰਦੀ ਆ। ਬਾਕੀ ਫੌਜਾ ਸਿੰਘ ਸਰਾਰੀ ਦਾ ਏਡਾ ਵੱਡਾ ਕੱਦ ਹੈ ਨਹੀਂ ਕਿ 3 ਮਹੀਨਿਆਂ ਬਾਅਦ ਹੀ ਉਹ ਨਿੱਜੀ ਕੰਮਾਂ ਸਮਾਪਤੀ ਕਰਕੇ ਤਾਂ ਫਿਰ ਸਰਕਾਰ 'ਚ ਐਂਟਰੀ ਕਰ ਜਾਣ, ਤੇ ਜੇਕਰ ਇਸ ਤਰ੍ਹਾਂ ਹੋ ਗਿਆ, ਹਾਲਾਂਕਿ ਇਹ ਚਾਂਸ ਨਹੀਂ ਆ, ਤੇ ਜੇਕਰ ਇਸ ਤਰ੍ਹਾਂ ਹੋ ਗਿਆ ਤਾਂ ਫਿਰ ਸਰਕਾਰ ਕੋ ਮੂਵ ਹੋਣ ਜੋ ਕਿ ਗੱਲ ਨਹੀਂ ਹੋਗੀ, ਸਰਕਾਰ ਅੱਗੇ ਹੀ ਬੈਕਫੁੱਟ ਤੇ ਬੜੇ ਮੁੱਦਿਆਂ ਤੇ ਜਾ ਰਹੀ ਆ, ਪਰ ਇਸ ਤਰ੍ਹਾਂ ਲੱਗਦਾ ਨਹੀਂ ਆ। ਬਾਕੀ ਜੇਕਰ ਇਹ ਦੂਜੇ ਪਾਸੇ ਖਬਰ ਸਾਹਮਣੇ ਆਈ ਆ ਤੇ ਹਾਲਾਂਕਿ ਅਜੇ ਤੱਕ ਫੌਜਾ ਸਿੰਘ ਦੀ ਆਈਟੀ ਸੈੱਲ ਵੱਲੋਂ ਜਾਂ ਫੌਜਾ ਸਿੰਘ ਦੀ ਕਿਸੇ ਟੀਮ ਮੈਂਬਰ ਵੱਲੋਂ ਜਾਂ ਪੀਏ ਵੱਲੋਂ ਇਸ ਗੱਲ ਦਾ ਖੰਡਨ ਵੀ ਨਹੀਂ ਕੀਤਾ ਗਿਆ, ਪਰ ਸਟੇਟਸ ਜਿਹੜਾ ਜ਼ਰੂਰ ਪਾਇਆ ਗਿਆ, ਤਾਂ ਉਸ ਲਿਹਾਜ਼ ਨਾਲ ਇਹ ਖਬਰ ਬਹੁਤ ਕੁਝ ਪਿੱਛੇ ਸਵਾਲ ਜਿਹੜੇ ਆ ਉਹ ਛੱਡ ਕੇ ਜਾਂਦੀ ਹੈ। ਪ੍ਰਾਣਕੇ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਲੱਗਦਾ ਤਾਂ ਨਹੀਂ ਹੈਗਾ ਕਿ ਜਿਹੜਾ ਵੀ ਇਸ ਤਰ੍ਹਾਂ ਦਾ ਕੁਝ ਹੋਵੇਗਾ, ਪਰ ਜਿਹੜਾ ਇੱਕ ਜੇ ਆਪਾਂ ਦੂਜੇ ਪਾਸੇ ਗੱਲ ਕਰ ਲਈਏ, ਪਰ ਕਬੂਲਿਆ ਵੀ ਹਾਲੇ ਤੱਕ ਆਮ ਆਦਮੀ ਪਾਰਟੀ ਨੇ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਵੱਡੇ ਲੀਡਰ ਨੇ ਹੈ ਨਹੀਂ ਕਿ ਉਹਨਾਂ ਦੇ ਵੱਲੋਂ ਕਰਪਸ਼ਨ ਕੀਤੀ ਗਈ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕਲੀਨ ਚਿੱਟ ਜਿਹੜੀ ਹੈ ਇਸ ਮਸਲੇ ਦੇ ਵਿੱਚ ਫਿਰ ਦੇ ਕੇ ਦੁਬਾਰਾ ਫਿਰ ਉਹਨਾਂ ਨੂੰ ਬਿਠਾ ਲਿਆ ਜਾਵੇ ਕੈਬਨਿਟ 'ਚ। ਹੈ ਜੀ ਕੋਈ ਗੱਲਬਾਤ ਹੋ ਸਕਦੀ ਫਿਰ ਇਸ ਤਰ੍ਹਾਂ ਦੇ ਚਾਂਸ? ਕੁਲਵਿੰਦਰ, ਇਹੋ ਜਿਹੇ ਜਿਹੜੇ ਮੁੱਦੇ ਹੁੰਦੇ ਨੇ ਕਲੀਨ ਚਿੱਟ ਦੇਣ ਵਾਲੇ ਮੁੱਦੇ, ਕਿਉਂਕਿ ਅਜੇ ਤੱਕ ਤਾਂ ਆਮ ਆਦਮੀ ਪਾਰਟੀ ਨੇ, ਤੁਹਾਡੀ ਗੱਲ ਠੀਕ ਆ ਕਿ ਇਹ ਮੰਨਿਆ ਹੀ ਨਹੀਂ ਕਿ ਉਹਨੂੰ ਕਰਪਸ਼ਨ ਦੇ ਦੋਸ਼ਾਂ 'ਚ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ, ਉਹ ਤਾਂ ਕਹਿੰਦਾ ਕਿ ਮੈਂ ਨਿੱਜੀ ਕੰਮਾਂ ਕਰਕੇ ਅਸਤੀਫਾ ਦਿੱਤਾ, ਪਰ ਜਿਸ ਪਾਸੇ ਵਿਰੋਧੀ ਧਿਰਾਂ ਇਹ ਰੌਲਾ ਪਾਉਂਦੀਆਂ ਨੇ ਕਿ ਹਾਂ ਵੀ ਕਰਪਸ਼ਨ ਦੇ ਕਿਹਨੂੰ ਮੰਤਰੀ ਮੰਡਲ 'ਚ ਬਰਖਾਸਤ ਕਰੋ, ਮੰਤਰੀ ਮੰਡਲ 'ਚ ਬਰਖਾਸਤ ਕਰੋ, ਤਾਂ ਕਰ ਹੋ ਗਿਆ ਉਹ। ਤਾਂ ਜੇਕਰ ਹੁਣ ਆਮ ਆਦਮੀ ਪਾਰਟੀ ਜਾਂ ਤਾਂ ਇਹ ਕਵੇ ਕਿ ਉਸ ਦੇ ਖਿਲਾਫ ਜਾਂਚ ਚੱਲਦੀ ਪਈ ਹੈ, ਪਤਾ ਲੱਗੇ ਕਿ ਹਾਂ ਜਾਂਚ ਕੌਣ ਕਰ ਰਿਹਾ, ਹਾਈ ਕੋਰਟ ਦਾ ਸਿਟਿੰਗ ਜੱਜ ਕਰ ਰਿਹਾ, ਕੋਈ ਰਿਟਾਇਰ ਜੱਜ ਕਰ ਰਿਹਾ, ਜਾਂ ਆਪਣੇ ਪੱਧਰ ਤੇ ਹੋ ਰਿਹਾ, ਇਹ ਵੀ ਤੁਹਾਡੀ ਗੱਲ ਹੋ ਸਕਦੀ ਕਿ ਆਮ ਆਦਮੀ ਪਾਰਟੀ 3 ਮਹੀਨਿਆਂ ਬਾਅਦ ਕਹਦੇ ਜੀ ਹਾਂਜੀ ਅਸੀਂ ਜਾਂਚ ਕੀਤੀ ਆ ਤੇ ਜਾਂਚ ਦੇ ਵਿੱਚ ਕੁਝ ਨਹੀਂ ਪਾਇਆ ਗਿਆ ਤਾਂ ਅਸੀਂ ਦੁਬਾਰਾ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ। ਤਰਕ ਉਹ ਆਮ ਆਦਮੀ ਪਾਰਟੀ ਦੇ ਸਕਦੀ ਆ, ਪਰ ਇਹੋ ਜਿਹਾ ਮੁੱਦਾ ਦੇ ਕੇ ਮੇਰਾ ਨਹੀਂ ਖਿਆਲ ਕਿ ਉਹ ਵਿਰੋਧੀ ਪਾਰਟੀਆਂ ਨੂੰ ਇੱਕ ਮੁੱਦਾ ਹੋਰ ਦੇ ਦੇਣ ਤੇ ਆਪਣੀ ਭੰਡੀ ਪ੍ਰਚਾਰ ਕਰਾਉਣ, ਕਿਉਂਕਿ ਇਹੋ ਜਿਹੀਆਂ ਸੂਰਤਾਂ ਦੇ ਵਿੱਚ ਵਿਰੋਧੀ ਧਿਰਾਂ ਫਿਰ ਬਖਸ਼ਣ ਦੇ ਮੂਡ 'ਚ ਨਹੀਂ ਹੁੰਦੀਆਂ। ਲੋਕਾਂ ਨੇ ਵੀ ਕਹਿਣਾ ਕਿ ਇਹ ਡਰਾਮਾਬਾਜ਼ੀ ਕੀ ਹੋ ਰਹੀ ਹੈ, ਕਦੀ ਕੱਢ ਲਿਆ, ਕਦੀ ਵਾੜ ਲਿਆ, ਕਦੀ ਕੱਢ ਲਿਆ ਫਿਰ ਵਾੜ ਲਿਆ, ਇਹੋ ਜਿਹੀ ਸੰਭਾਵਨਾਵਾਂ ਲੱਗਦੀਆਂ ਨਹੀਂ ਆ। ਬਾਕੀ ਰਾਜਨੀਤੀ ਦੇ ਵਿੱਚ ਕੁਲਵਿੰਦਰ ਬਹੁਤ ਕੁਝ ਸੰਭਵ ਵੀ ਸੰਭਵ ਹੋ ਜਾਂਦਾ ਤੇ ਸੰਭਵ ਵੀ ਅਸੰਭਵ ਹੋ ਜਾਂਦਾ, ਬਹੁਤ ਕੁਝ ਇਹੋ ਜਿਹਾ ਵੇਖਣ ਨੂੰ ਮਿਲਦਾ। ਖੈਰ, ਵੇਖਿਆ ਜਾਊਗਾ ਕਿ ਅਗਲੇ ਦਿਨਾਂ 'ਚ ਹੁੰਦਾ ਕੀ ਹੈ। ਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ ਕਿ ਰਾਜਨੀਤੀ 'ਚ ਕੁਝ ਵੀ ਹੋ ਸਕਦਾ, ਪਰ ਫੌਜਾ ਸਿੰਘ ਸਰਾਰੀ ਉਹਨਾਂ ਦੀ ਗਰਾਰੀ ਜਿਹੜੀ ਹੈ ਉਹ ਕੈਬਨਿਟ ਰੈਂਕ ਤੇ ਫਸੀ ਹੋਈ ਜ਼ਰੂਰ ਦਿਖਾਈ ਦੇ ਰਹੀ ਹੈ। ਪਰ ਅਗਲੀ ਖਬਰ ਜਿਹੜੀ ਹੈ ਜੀ, ਅਗਲੀ ਖਬਰ ਜਿਹੜੀ ਬੀਤੇ ਦਿਨੀ ਇੱਕ ਤਰ੍ਹਾਂ ਦਾ ਜਿਹੜਾ ਚੱਲਿਆ ਪੀਸੀਐਸ ਅਫਸਰਾਂ ਦੇ ਨਾਲ, ਉਹਨਾਂ ਦੇ ਵੱਲੋਂ ਹੜਤਾਲ ਕੀਤੀ ਗਈ, ਪਰ ਉਸ ਤੋਂ ਬਾਅਦ ਜਿਹੜੀ ਅਸੀਂ ਭਗਵੰਤ ਮਾਨ ਉਹਨਾਂ ਦੇ ਵੱਲੋਂ ਇੱਕ ਜਿਹੜੀ ਘੁਰਕੀ ਕਹਿ ਲਈਏ ਆਪਾਂ ਮਾਰੇਗੀ, ਪਰ ਉਸ ਤੋਂ ਬਾਅਦ ਹੜਤਾਲ ਜਿਹੜੀ ਆ ਉਹ ਖਤਮ ਹੋ ਗਈ। ਮੁੜ ਜਿਹੜੇ ਅਫਸਰ, ਜਿਹੜੇ ਪੀਸੀਐਸ ਅਫਸਰ ਜਿਹੜੇ ਵੱਡੇ ਸੀ, ਉਹ ਜਿਹੜੇ ਆ ਐਤਵਾਰ ਨੂੰ ਵੀ, ਜਿਹੜੇ ਅੱਜ ਦੇ ਦਿਨ ਵੀ ਕਹਿ ਰਹੇ ਆ ਵੀ ਕੰਮ ਕਰ ਰਹੇ ਨੇ, ਪਰ ਨਾਲ ਹੀ ਇੱਕ ਧਰਨਾ ਹੋਰ ਬਹੁਤ ਵੱਡਾ ਜਿਹੜਾ ਉਹ 108 ਨੰਬਰ ਜਿਹੜੀ ਐਂਬੂਲੈਂਸਾਂ ਨੇ ਤੇ ਸਿਹਤ ਵਿਭਾਗ ਦੇ ਨਾਲ ਜੁੜਿਆ ਹੋਇਆ ਜੀ, ਇੱਕ ਲੱਗਿਆ ਹੋਇਆ ਪੰਜਾਬ ਦੇ ਵਿੱਚ ਲਾਡੋ ਵਾਲੀ ਟੋਲ ਪਲਾਜ਼ਾ ਜਿਹੜਾ ਉਹ ਵੀ ਉੱਥੇ ਘੇਰ ਕੇ ਰੱਖਿਆ। ਤੇ ਪਰ ਉਸ ਨੂੰ ਲੈ ਕੇ ਹੁਣ ਜਿਹੜੇ ਨਵੇਂ ਕੈਬਨਿਟ ਦੇ ਵਿੱਚ ਆਏ ਨੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ, ਉਹਨਾਂ ਦੇ ਵੱਲੋਂ ਵੀ ਹੁਣ ਜਿਵੇਂ ਜਿਸ ਤਰ੍ਹਾਂ ਭਗਵੰਤ ਮਾਨ ਉਹਨਾਂ ਨੇ ਟੇਢੀ ਉਂਗਲ ਕਰਕੇ ਘਿਓ ਕੱਢਿਆ, ਉਹ ਕਹਿੰਦੇ ਵੀ ਮੈਂ ਵੀ ਐਵੇਂ ਕੱਢ ਲੈਣਾ। ਉਹਨਾਂ ਦੇ ਵੱਲੋਂ ਵੀ ਇੱਕ ਘੁਰਕੀ ਮਾਰੀ ਗਈ ਆ, ਕਹਿੰਦੇ ਜਾਂ ਤਾਂ ਤੁਸੀਂ ਸਾਰੇ ਜਿਹੜੇ ਮੁਲਾਜ਼ਮ ਦੁਬਾਰਾ ਐਂਬੂਲੈਂਸਾਂ ਲੈ ਕੇ ਜਾਂ ਤਾਂ ਆਪਣੇ ਕੰਮਾਂ ਤੋਂ ਪਰਤ ਦਿਓ, ਜਾਂ ਫਿਰ ਤੁਹਾਨੂੰ ਵੀ ਜਿਹੜਾ ਬਾਹਰ ਫਿਰ ਨੌਕਰੀ ਤੋਂ ਬਾਹਰ ਕੱਢ ਦੇਣਾ। ਕੀ ਲੱਗਦਾ ਵੀ ਜਿਸ ਤਰ੍ਹਾਂ ਪਹਿਲਾਂ ਪੀਸੀਐਸ ਅਫਸਰ ਐਡੇ ਵੱਡੇ ਅਫਸਰ ਸੀਗੇ ਉਹ ਤਾਂ ਜਦੀ ਮੁੜੇ ਆਏ,
ਤੇ ਉਹ ਕਿਉਂ ਮੁੜਿਆ ਇਹ, ਤੇ ਜੇ ਇਹ ਮੁੜਨਗੇ ਨਹੀਂ ਤਾਂ ਕਿਉਂ ਨਹੀਂ ਮੁੜਨਗੇ ਜੀ ਫਿਰ? ਕੁਲਵਿੰਦਰ, ਜਿਹੜੇ 108 ਐਂਬੂਲੈਂਸ ਮੁਲਾਜ਼ਮ ਜਿਨ੍ਹਾਂ ਦੀ ਸਟ੍ਰਾਈਕ ਚੱਲਦੀ ਪਈ ਆ ਜੀ, ਔਰ ਜਿਨ੍ਹਾਂ ਨੂੰ ਅੱਜ ਬਲਬੀਰ ਸਿੰਘ ਉਹਨਾਂ ਨੇ ਦਬਕਾ ਮਾਰਿਆ ਕਿ ਭਈ ਜਲਦੀ ਤੋਂ ਆਜੋ, ਹੜਤਾਲ ਖਤਮ ਕਰੋ, ਨਹੀਂ ਤਾਂ ਤੁਹਾਨੂੰ ਬਰਖਾਸਤ ਜਿਹੜਾ ਕਰ ਦਿੱਤਾ ਜਾਏਗਾ। ਕਿਉਂ ਇਹ ਲੱਗਦਾ ਕਿ ਇਹ ਸਰਕਾਰ ਹੁਣ ਕਿਸੇ ਵੀ ਸੂਰਤ ਵਿੱਚ ਇਹ ਸੰਦੇਸ਼ ਦੇਣ ਦੇ ਮੂਡ 'ਚ ਨਹੀਂ ਆ ਕਿ ਉਹ ਮੁਲਾਜ਼ਮਾਂ ਜਾਂ ਧਰਨਿਆਂ ਦੇ ਅੱਗੇ ਝੁਕ ਜਾਏਗੀ, ਕਿਉਂਕਿ ਸਰਕਾਰ ਦੀ ਇਸ ਮੁੱਦਿਆਂ ਤੇ ਅੱਗੇ ਬੜੀ ਹੇਠੀ ਹੋ ਚੁੱਕੀ ਆ। ਧਰਨੇ ਹੁੰਦੇ ਨਹੀਂ, ਲੋਕ ਕਹਿੰਦੇ ਨਹੀਂ, ਪਰ ਸਰਕਾਰ ਨੇ ਜਿਸ ਤਰੀਕੇ ਨਾਲ PCS ਅਫਸਰਾਂ ਨੂੰ ਘੁਰਕੀ ਦਬਕਾ ਮਾਰਿਆ, ਠੀਕ 2 ਵਜੇ ਤੋਂ ਪਹਿਲਾਂ ਅਫਸਰ ਪਹੁੰਚ ਗਏ ਤੇ ਅੱਜ ਐਤਵਾਰ ਵੀ ਦਫ਼ਤਰ ਜਿਹੜੇ ਖੁੱਲੇ ਨੇ, ਕੰਮ ਜਿਹੜਾ ਚੱਲਦਾ ਪਿਆ। ਹੁਣ 108 ਦੇ ਜਿਹੜੇ ਮੁਲਾਜ਼ਮ ਨੇ ਐਂਬੂਲੈਂਸ ਵਾਲੇ, ਇਹ ਸਾਰੇ ਕੱਚੇ ਮੁਲਾਜ਼ਮ ਨੇ। ਪਹਿਲੀ ਤਾਂ ਗੱਲ ਇਹ ਦੱਸਦੀ ਹੈ, ਇਹ ਕੋਈ ਪਰਮਾਨੈਂਟ ਮੁਲਾਜ਼ਮ ਨਹੀਂ ਹੈਗਾ ਜੀ, ਇਹ ਸਾਰੇ ਕੰਟਰੈਕਟ ਤੇ ਨੇ ਜਾਂ ਇਹ ਸੈਂਟਰ ਸਰਕਾਰ ਦੀ ਇੱਕ ਸਕੀਮ ਸੀ ਉਹਦੇ ਤਹਿਤ ਆਏ। ਤੇ ਇਹਨਾਂ ਦੀਆਂ ਜਿਹੜੇ ਮੰਗਾਂ ਨੇ ਉਹ ਇਹੋ ਹੀ ਆ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਜਾਂ ਪੱਕੇ ਕਰਮਚਾਰੀਆਂ 'ਚ ਤਬਦੀਲ ਕੀਤਾ ਜਾਵੇ, ਕੁਝ ਮੰਗਾਂ ਨੇ। ਪਰ ਇਹਨਾਂ ਬੰਦਿਆਂ ਦੀਆਂ ਜਿਸ ਤਰ੍ਹਾਂ ਕਹਿ ਸਕਦੇ ਕਿ ਕੱਚੇ ਮੁਲਾਜ਼ਮ ਤਾਂ ਅੱਗੇ ਹਵਾ 'ਚ ਲਟਕੇ ਆ, ਤਾਂ ਕੁਦਰਤੀ ਤੌਰ ਤੇ ਹੁਣ ਜੇਕਰ ਸਰਕਾਰ ਸਖਤ ਹੋਈ ਆ, ਖਾਸ ਤੌਰ ਤੇ ਸਿਹਤ ਮੰਤਰਾਲੇ ਦੇ ਡਾਕਟਰ ਬਲਬੀਰ ਸਿੰਘ ਹੁਣੀ ਚਰਚਾਵਾਂ 'ਚ ਆਏ ਨੇ ਤੇ ਆਉਂਦਿਆਂ ਉਹਨਾਂ ਨੇ ਇਹ ਹੁਕਮ ਜਿਹੜਾ ਆਇਦ ਕਰ ਦਿੱਤਾ, ਤਾਂ ਮੈਨੂੰ ਲੱਗਦਾ ਕਿ ਇਸ ਘੁਰਕੀ ਦਾ ਵੀ ਅਸਰ ਹੁਣ ਉਹਨਾਂ ਤੇ ਹੋਵੇਗਾ ਜ਼ਰੂਰ, ਉਹ ਵਾਪਸ ਆ ਜਾਣਗੇ। ਤੇ ਦੂਜੇ ਪਾਸੇ ਜੇਕਰ ਉਹ ਮੁਲਾਜ਼ਮ ਉਹ ਅੱਗੇ ਹੀ ਜਿਸ ਤਰ੍ਹਾਂ ਹੀ ਕਹਿ ਸਕਦੇ ਆ ਕਿ ਉਹਨਾਂ ਬੰਦਿਆਂ ਕੋਲ ਗਵਾਉਣ ਨੂੰ ਕੁਝ ਨਹੀਂ ਹੈਗਾ, ਜੇਕਰ ਉਹ ਕੱਢ ਵੀ ਦਿੱਤੇ ਅੱਗੇ ਵੀ ਉਹੀ ਹਾਲਾਤ ਦੇ ਵਿੱਚ ਨਹੀਂ ਤਾਂ ਹੁਣ ਵੀ ਇਹੋ ਜਿਹੇ ਹਾਲਾਤ 'ਚ ਨਹੀਂ। ਪਰ ਹੁਣ ਇਹ ਵੇਖਣਾ ਪਏਗਾ ਕਿ ਸਰਕਾਰ ਦੀ ਘੁਰਕੀ ਦਾ ਅਸਰ ਕਿੰਨਾ। ਅਸਲ 'ਚ ਸਰਕਾਰ ਨੇ ਹੁਣ ਇਹ ਸੰਦੇਸ਼ ਦਿੱਤਾ ਕਿ ਅਸੀਂ ਹੁਣ ਕਿਸੇ ਵੀ ਸੂਰਤ ਵਿੱਚ ਝੁਕਣਾ ਨਹੀਂ ਆ, ਕਿਉਂਕਿ ਸਰਕਾਰ ਦੇ ਉੱਤੇ ਹਮੇਸ਼ਾ ਇਹ ਇਲਜ਼ਾਮ ਲੱਗਣ ਡਿਆ ਭਗਵੰਤ ਮਾਨ ਦੀ ਸਰਕਾਰ ਤੇ ਕਿ ਸਰਕਾਰ ਨਰਮ ਹੈ, ਨਰਮ ਹੈ, ਨਰਮ ਆ। ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਹੱਟੀ ਨਰਮੀ, ਦਲਾਲੀ ਬੇਸ਼ਰਮੀ ਤੇ ਹਕੂਮਤ ਗਰਮੀ। ਜੇ ਹਕੂਮਤ ਕਰਦੀ ਹੈ ਤਾਂ ਫਿਰ ਕਿਤੇ ਨਾ ਕਿਤੇ ਤੁਹਾਨੂੰ ਆਪਣੇ ਆਪ 'ਚ ਸਖਤ ਜਿਹੜਾ ਹੋਣਾ ਪਏਗਾ। ਤਾਂ ਸ਼ਾਇਦ ਉਸੇ ਹੀ ਕਾਰਨ ਪਹਿਲਾ ਟ੍ਰੈਂਡ ਸਰਕਾਰ ਨੇ ਆਪਣਾ ਕੰਮ ਜਿਹੜਾ ਵਤੀਰਾ ਕੰਮ ਕਰਦਾ ਉਹ ਬਦਲਿਆ। ਉਸੇ ਸੰਦਰਭ 'ਚ ਇਹ ਬਲਬੀਰ ਸਿੰਘ ਹੁਣਾਂ ਦੀ ਇਹ ਘੁਰਕੀ ਜਿਹੜੀ ਉਹ ਆਈ ਆ। ਤਾਂ ਹੁਣ ਇਹ ਗੱਲ ਜਿਹੜਾ ਪ੍ਰਸ਼ਨ ਸੀ ਕਿ 108 ਵਾਲੇ ਮੁਲਾਜ਼ਮ ਉੱਠਣਗੇ ਕਿ ਨਹੀਂ ਉੱਠਣਗੇ, ਮੈਂ ਤਾਂ ਇਹ ਗੱਲ ਕਹਿਦਾ ਕਿ ਉਹ ਅੱਗੇ ਹੀ ਹਾਸ਼ੀਏ ਤੋਂ ਬਾਹਰ ਨੇ। ਤਾਂ ਜੇ ਸਰਕਾਰ ਉਹਨਾਂ ਦੇ ਖਿਲਾਫ ਕੋਈ ਐਕਸ਼ਨ, ਸਖਤ ਐਕਸ਼ਨ ਲੈਂਦੀ ਆ ਤਾਂ ਉਹਨਾਂ ਨੂੰ ਸਰਕਾਰ ਵਾਸਤੇ ਵੀ ਮੁਸੀਬਤਾਂ ਪੈਦਾ ਹੋ ਸਕਦੀਆਂ ਨੇ, ਤੇ ਦੂਜੇ ਪਾਸੇ 108 ਕਰਮਚਾਰੀ ਵੀ ਉਹਨਾਂ ਵਾਸਤੇ ਵੀ ਮੁਸ਼ਕਲਾਂ ਪੈਦਾ ਹੋ ਸਕਦੀਆਂ ਨੇ। ਪਰ ਸ਼ਾਇਦ ਵਿਚਕਾਰਲਾ ਕੋਈ ਰਸਤਾ ਨਿਕਲ ਆਵੇ। ਇਹ ਮੁਲਾਜ਼ਮ, ਕਿਉਂਕਿ ਜਦੋਂ ਨੌਕਰੀ ਭਾਵੇਂ ਕੱਚੀ ਹੈ ਤੇ ਭਾਵੇਂ ਪੱਕੀ ਆ, ਜਦੋਂ ਸਰਕਾਰ ਕਿਸੇ ਮੁੱਦੇ ਤੇ ਸਖਤ ਸਟੈਂਡ ਲੈਂਦੀ ਆ ਤਾਂ ਮੈਂ ਬੜੇ ਦੌਰ 'ਚ ਵੇਖਿਆ ਕਿ ਬੜੀਆਂ ਜਥੇਬੰਦੀਆਂ ਝੁਕ ਜਾਂਦੀਆਂ। ਪ੍ਰਤਾਪ ਸਿੰਘ ਕੈਰੋਂ ਨੇ ਇੱਕ ਵਾਰੀ ਪਟਵਾਰੀ ਹੜਤਾਲ ਤੇ ਗਏ ਸੀ, ਅੱਜ ਤੱਕ ਉਹ ਪਟਵਾਰੀ ਮੁੜ ਕੇ ਬਹਾਲ ਨਹੀਂ ਹੋਏ। ਤੇ ਸ਼ਾਇਦ ਸਰਕਾਰ ਹੁਣ ਉਹੋ ਜਿਹਾ ਸੰਦੇਸ਼ ਦੇਣਾ ਚਾਹੁੰਦੀ ਆ। ਤਾਂ ਇਹ ਵੇਖਣਾ ਹੋਏਗਾ ਕਿ ਹੁਣ ਉਹ 108 ਵਾਲੇ ਮੁਲਾਜ਼ਮ ਕੀ ਕਰਦੇ ਨੇ। ਸਰਕਾਰ ਨੇ ਆਪਣਾ ਕੰਮ ਤੇ ਹੁਣ ਕਰ ਦਿੱਤਾ, ਤੇ ਜੇਕਰ ਮੁਲਾਜ਼ਮ ਇਹਦੇ ਬਾਵਜੂਦ ਵੀ ਨਹੀਂ ਉੱਠਦੇ ਤੇ ਸਰਕਾਰ ਫਿਰ ਕੁਝ ਵੀ ਨਹੀਂ ਕਰਦੀ ਤਾਂ ਫਿਰ ਸਰਕਾਰ ਦੀ ਵੀ ਹੇਠੀ ਆ। ਹੁਣ ਕੁੰਡੀ ਜਿਹੜੇ ਸਿੰਘ ਜਿਹੜੇ ਆ ਉਹ ਜ਼ਰੂਰ ਫਸੇ ਨਜ਼ਰ ਆ ਰਹੇ ਆ। ਜੀ ਬਿਲਕੁਲ, ਇਹ ਕੁੰਡੀਆਂ ਦੇ ਸਿੰਘ ਜਿਹੜੇ ਆ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਆ ਉਹ ਜ਼ਰੂਰ ਫਸੇ ਨਜ਼ਰ ਆ ਰਹੇ ਨੇ, ਕਿਉਂਕਿ PCS ਅਫਸਰਾਂ ਦੇ ਛੇਤੀ ਆਉਣ ਦਾ ਕਾਰਨ ਜਿਹੜਾ ਹੈ ਉਹ ਇਹੀ ਮੰਨਿਆ ਜਾਂਦਾ ਸੀ ਕਿ ਵੀ ਉਹ ਤਾਂ ਕਰਕੇ ਉੱਠ ਕੇ ਆ ਗਏ ਕਿਉਂਕਿ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਵੱਡਾ ਸੁੱਖ ਮਾਣ ਰਹੇ ਨੇ ਤੇ ਉਹ ਨਹੀਂ ਚਾਹੁੰਦੇ ਕਿ ਉਹ ਅਜਿਹਾ ਸੁੱਖ ਜਿਹੜਾ ਹੈ ਉਹਨਾਂ ਦਾ ਪਰਿਵਾਰ ਜਿਹੜਾ ਗਵਾਵੇ। ਤੇ ਉਹਦੇ ਆਪਾਂ ਦੇਖਿਆ ਕਿ ਜਦੀ ਨਾਲ ਦੀ ਨਾਲ ਜਿਹੜੇ ਦਫ਼ਤਰਾਂ ਦੇ ਵਿੱਚ ਪਹੁੰਚ ਕੇ ਸੀ, ਕੰਮ ਭਾਵੇਂ ਨਹੀਂ ਕੀਤਾ ਪਰ ਜਿਹੜੀ ਮੀਟਿੰਗ ਦੇ ਵਿੱਚ ਫੈਸਲਾ ਹੋਣ ਤੋਂ ਬਾਅਦ ਜਿਹੜਾ ਕੰਮ ਵੀ ਸ਼ੁਰੂ ਕਰ ਲਏ। ਹੁਣ ਦੇਖਣਾ ਇਹੀ ਹੋਵੇਗਾ ਕਿ ਜਿਹੜੇ 108 ਨੰਬਰ ਐਂਬੂਲੈਂਸ ਵਾਲੇ ਮੁਲਾਜ਼ਮ ਜੋ ਕੱਚੇ ਨੇ ਕਿ ਉਹ ਆਉਂਦੇ ਨੇ ਕਿ ਨਹੀਂ ਆਉਂਦੇ। ਤਾਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਅਣਖੀ ਸਾਹਿਬ। ਬਹੁਤ ਬਹੁਤ ਸ਼ੁਕਰੀਆ ਕੁਲਵਿੰਦਰ। ਤਾਂ ਇਹ ਸਨ ਪੰਜਾਬ ਦੇ ਹਾਲਾਤਾਂ ਤੇ ਕੁਝ ਸਿਆਸਤ ਦੇ ਨਾਲ ਜੁੜੀਆਂ ਅਹਿਮ ਖਬਰਾਂ ਜਿਨ੍ਹਾਂ ਦੇ ਉੱਤੇ ਅਸੀਂ ਚਰਚਾ ਕੀਤੀ ਹੈ। ਤੇ ਤੁਹਾਨੂੰ ਇਹ ਚਰਚਾ ਕਿਹੋ ਜਿਹੀ ਲੱਗੀ, ਆਪਣੀ ਜਿਹੜੀ ਰਾਏ ਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦੇ ਸਕਦੇ ਹੋ। ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਬਣੇ ਰਹੋ ਰੋਜ਼ਾਨਾ ਲੋਕਨਾਥ TV ਦੇ ਨਾਲ।